ਭਾਰਤ ਤੇ ਚੀਨ ਦੇ ਵਿੱਚ ਇਸ ਟਾਈਮ ਜਿਹੜੀ ਸਥਿਤੀ ਹੈ ਜਿਹੜੀ ਤਣਾਅਪੂਰਨ ਬਣੀ ਹੋਈ ਹੈ। ਬੀਤੇ ਦਿਨੀ ਵੀ ਜਿਹੜਾ ਕਿ ਗਲਵਾਨ ਘਾਟੀ ਦੇ ਵਿੱਚ ਜਿਹੜਾ ਕਿ ਝੜਪ ਹੋਣ ਕਾਰਨ ਜਿਹੜਾ ਕਿ ਭਾਰਤੀ 20 ਜਵਾਨ ਜਿਹੜੇ ਸ਼ਹੀਦ ਹੋ ਗਏ ਨੇ। ਇਸ ਦੇ ਬਾਬਤ ਹੀ ਜਿਹੜੀ ਸਾਡੇ ਨਾਲ ਗੱਲਬਾਤ ਕਰਨ ਲਈ ਹੈਗੇ ਨੇ ਰਿਟਾਇਰਡ ਬ੍ਰਿਗੇਡੀਅਰ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਜੀ। ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਕਾਰਗਿਲ ਹੀਰੋ ਵੀ ਕਿਹਾ ਜਾਂਦਾ ਹੈ। ਤੇ ਸਰ ਸਭ ਜਿਹੜਾ ਹੈ ਕਿ ਅੱਜ ਕੱਲ੍ਹ ਜਿਹੜੀ ਸਥਿਤੀ ਜਿਹੜੀ ਤਣਾਅਪੂਰਨ ਬਣੀ ਹੋਈ ਹੈ ਭਾਰਤ ਤੇ ਚੀਨ ਦੇ ਵਿੱਚ, ਥੋੜ੍ਹਾ ਉਸ ਦੇ ਬਾਰੇ ਸਰ ਦੱਸ। ਸਭ ਤੋਂ ਪਹਿਲਾਂ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸਥਿਤੀ ਕਿਉਂ ਬਣੀ। ਇਹ ਸਥਿਤੀ ਇਸ ਕਰਕੇ ਬਣੀ, ਜਿਹਦੇ ਦੋ ਕਾਰਨ ਸਨ। ਜਿਹੜਾ ਅਕਸਾਈ ਚੀਨ ਏਰੀਆ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਉੱਥੇ ਜਿਹੜੇ ਦੋ ਪੁਆਇੰਟਸ ਨੇ, ਇੱਕ ਪੰਗੋਂਗਸੇ ਲੇਕ ਏਰੀਆ ਔਰ ਇੱਕ ਗਲਵਾਨ ਵੈਲੀ ਏਰੀਆ, ਜਿੱਥੇ ਕਿ ਹੁਣ ਝੜਪ ਹੋਈ ਹੈ ਰੀਸੈਂਟਲੀ। ਇਹਨਾਂ ਦੋਵਾਂ ਨੂੰ ਮਿਕਸ ਨਾ ਕਰਦਿਆਂ ਹੋਇਆ ਮੈਂ ਅਲੱਗ-ਅਲੱਗ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜਿਹੜਾ ਕਿ ਪੰਗੋਂਗਸੇ ਲੇਕ ਹੈ, ਇਹ 134 ਕਿਲੋਮੀਟਰ ਲੰਬੀ ਹੈ, ਜਿਹਦੇ ਵਿੱਚ ਕਿ 8 ਫਿੰਗਰਸ ਏਰੀਆ, 8 ਫਿੰਗਰ, 4 ਫਿੰਗਰ, 5, 6, 7, 8 ਫਿੰਗਰ ਤੱਕ ਏਰੀਆ ਜਾਂਦੇ ਨੇ, 1 ਤੋਂ ਲੈ ਕੇ 8 ਫਿੰਗਰ ਤੱਕ। 4 ਫਿੰਗਰ ਦੇ ਵਿੱਚ LAC ਰਨ ਕਰਦੀ ਹੈ। ਫਿੰਗਰ 4 ਫਿੰਗਰ ਉਹ ਤਾਂ ਕਹਿੰਦੇ ਨੇ ਕਿ ਉਹ ਪਹਾੜੀਆਂ ਦਾ ਜਿਹੜਾ ਇਲਾਕਾ ਹੈ, ਨੀਚੇ ਆ ਕੇ ਫਿੰਗਰ ਦੀ ਤਰ੍ਹਾਂ ਲੇਕ ਵੱਲ ਨੂੰ ਜਾਂਦਾ ਹੈ। ਸਾਡੀ ਜਿਹੜੀ ਰੋਡ ਹੈਗੀ ਸੀ, ਅਸੀਂ ਪੰਗੋਂਗਸੇ ਦੇ ਨਾਲ ਨਾਲ ਜਿਹੜੀ ਬਣਾਈ ਰੋਡ, ਉਹ ਜਾ ਕੇ ਫਿੰਗਰ 4 ਤੋਂ ਪਿੱਛੇ ਥੋੜ੍ਹੀ ਰਹਿੰਦੀ ਹੈ। ਉਸ ਤੋਂ ਬਾਅਦ ਕੱਚੀ ਰੋਡ ਸ਼ੁਰੂ ਹੋ ਜਾਂਦੀ ਹੈ। ਚਾਈਨਾ ਵੀ ਇਸ ਤਰ੍ਹਾਂ ਹੀ ਆਪਣੀ 8 ਫਿੰਗਰ ਤੱਕ ਉਹਦੀ ਰੋਡ ਹੈ, ਔਰ 4 ਫਿੰਗਰ ਤੱਕ ਅਸੀਂ 8 ਫਿੰਗਰ ਤੱਕ ਜਾ ਕੇ ਪੈਟਰੋਲਿੰਗ ਕਰਦੇ ਸੀ, ਔਰ ਉਹ 4 ਫਿੰਗਰ ਤੱਕ ਆ ਕੇ ਪੈਟਰੋਲਿੰਗ ਕਰਦੇ ਸੀ ਔਰ ਵਾਪਸ ਚੱਲ ਜਾਂਦੇ ਸੀ। ਇਹ ਸਿਲਸਿਲਾ ਉਹਨਾਂ ਦਾ ਚੱਲਦਾ ਪਿਆ ਹੈ। ਕਦੀ ਕੋਈ ਇਹ 'ਚ ਨਹੀਂ ਹੋਇਆ ਕਿ ਪਹਿਲਾਂ ਆ ਕੇ ਉਹਨਾਂ ਨੇ ਓਕੂਪਾਈ ਕੀਤੀ ਹੋਈ ਪੋਜੀਸ਼ਨ। ਇਹ ਤਾਂ ਪੰਗੋਂਗਸੇ ਲੇਕ ਦੀ ਸਾਈਡ ਦੀ ਗੱਲ ਹੈ। ਦੂਸਰੀ ਹੈ ਗਲਵਾਨ ਏਰੀਆ। ਗਲਵਾਨ ਏਰੀਆ ਦਾ ਜਿਹੜਾ ਮੈਪ ਹੈ ਤੁਹਾਡੇ ਸਾਹਮਣੇ, ਗਲਵਾਨ ਏਰੀਆ ਦੇ ਵਿੱਚ ਇਹ ਵੈਲੀ ਦੇ ਵਿੱਚ ਆ ਜਿਹੜਾ PP ਪੈਟਰੋਲਿੰਗ ਪੁਆਇੰਟ 14 ਹੈ, ਇਹਦੀ ਜਿਹੜੀ ਹੈ ਸਭ ਤੋਂ ਵੱਡੀ ਇੰਪੋਰਟੈਂਸ ਮੈਂ ਸੱਚ ਦੱਸਣੀ ਚਾਹੁੰਦਾ ਵਾਂ। ਇਹ ਫਿੰਗਰ 2 ਦਾ ਮਤਲਬ ਕਿ ਹਿੱਸਾ ਹੈ ਜਿਹੜਾ ਪੰਗੋਂਗਸੇ ਲੇਕ ਦੇ ਨਾਲ ਲੱਗਦੀ। ਇਸ ਵਕਤ ਕੀ ਕੀਤਾ ਕਿ ਜਦੋਂ ਅਪ੍ਰੈਲ ਦੇ ਵਿੱਚ ਜਾਂ ਮਈ ਦੇ ਵਿੱਚ ਜਦੋਂ ਪੈਟਰੋਲਿੰਗ ਦਾ ਸ਼ੁਰੂ ਹੋਇਆ ਕੰਮ, ਉਦੋਂ ਚਾਈਨਾ ਨੇ ਜਿਹੜੀ ਕਿ ਪੈਟਰੋਲਿੰਗ ਕਰਕੇ 4 ਫਿੰਗਰ 8 ਤੋਂ 4 ਆਉਂਦੀ ਸੀ ਔਰ ਵਾਪਸ ਜਾਂਦੀ ਸੀ, ਔਰ ਅਸੀਂ 8 ਤੱਕ ਜਾਂਦੇ ਸੀ ਅਤੇ ਵਾਪਸ ਆ ਜਾਂਦੇ ਸੀ। ਇਹਨਾਂ ਨੇ ਆ ਕੇ 4 ਤੇ ਆ ਕੇ ਫਿੰਗਰ 'ਤੇ ਜਿਹੜਾ ਕਿ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ, ਉਹ 'ਚ ਆ ਕੇ ਚਾਈਨੀਜ਼ ਐਤਕੀ ਗਏ ਨਹੀਂ ਵਾਪਸ। ਉੱਥੇ ਆ ਕੇ ਓਕੂਪਾਈ ਕਰ ਲਈ ਪੋਜੀਸ਼ਨ, ਜਿਹੜੀ ਕਿ 8 ਕਿਲੋਮੀਟਰ ਫਿੰਗਰ 8 ਤੋਂ ਬਣਦੀ। ਇਹ ਤਾਂ ਹੈਗੀ ਪੰਗੋਂਗਸੇ ਲੇਕ ਵਾਲੀ ਗੱਲ। ਜਿਹੜੀ ਗਲਵਾਨ ਵੈਲੀ 'ਚ ਇਹਦੀ ਇੰਪੋਰਟੈਂਸ ਇਸ ਕਰਕੇ ਹੈ ਕਿ ਜਦੋਂ ਇਹ ਵੀ ਪੈਟਰੋਲ ਸਾਡੀ ਇੱਥੋਂ ਤੱਕ ਆਉਂਦੀ ਸੀ, PP ਦਾ ਮਤਲਬ ਕਿ ਪੈਟਰੋਲਿੰਗ ਪੁਆਇੰਟ 14। ਇਹ ਗਲਵਾਨ ਵੈਲੀ ਇਹਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਸਾਡੀ ਜਿਹੜੀ ਹੈ ਦਰਬਕ ਰੋਡ ਅਸੀਂ 19 ਦੇ ਵਿੱਚ ਪਿਛਲੇ ਸਾਲ ਕੰਪਲੀਟ ਕੀਤੀ ਹੈ ਰੋਡ, ਜਿਹੜੀ ਕਿ ਇੱਥੋਂ ਰੋਡ ਪੱਕੀ ਰੋਡ 230 ਕਿਲੋਮੀਟਰ ਜਾ ਕੇ ਇੱਕ ਉੱਤੇ 에ਅਰ ਬੇਸ ਸਾਡਾ ਛੋਟਾ ਜਿਹਾ ਸੀ, ਹੁਣ ਉਹਨੂੰ ਇੰਪਰੂਵ ਕਰ ਲਿਆ ਸੀ। ਦੌਲਤ ਬੇਗ ਓਲਡੀ ਉਹਨੂੰ ਕਿਹਾ ਜਾਂਦਾ ਹੈ, ਦੌਲਤ ਬੇਗ ਓਲਡੀ 에ਅਰ ਬੇਸ। ਇਹ 230 ਕਿਲੋਮੀਟਰ ਜਿਹੜੀ ਰੋਡ ਹੈ, ਇਹ ਦਰਬਕ ਤੋਂ ਨਿਕਲ ਕੇ, ਜਿਹੜੀ ਕਿ ਬਿਲਕੁਲ ਪੰਗੋਂਗਸੇ ਦੇ ਲੈ ਕੇ ਆਗੇ ਜਗ੍ਹਾ ਦਰਬਕ ਤੋਂ ਨਿਕਲ ਕੇ ਸ਼ਿਓਕ ਰਿਵਰ ਦੇ ਉੱਤੋਂ ਦੀ ਪੁਲ ਬਣਾਇਆ, ਔਰ ਪੁਲ ਬਣਾ ਕੇ 230 ਕਿਲੋਮੀਟਰ ਉੱਤੇ ਰੋਡ ਲੈ ਗਏ ਅਸੀਂ 에ਅਰ ਬੇਸ ਦੌਲਤ ਬੇਗ ਓਲਡੀ। ਦੌਲਤ ਬੇਗ ਓਲਡੀ ਦੇ ਬਿਲਕੁਲ ਖੱਬੇ ਪਾਸੇ ਸਾਡਾ ਸਾਈਚੰਦ ਦਾ ਏਰੀਆ ਪੈਂਦਾ, ਸਾਈਚੰਦ ਦਾ। ਔਰ ਉਸ ਤੋਂ ਬਾਅਦ ਇੱਥੋਂ ਜਿਹੜਾ ਚਾਈਨਾ ਨੇ ਇੱਕ ਕਰਾਕੋਰਮ ਹਾਈਵੇ ਬਣਾਇਆ, ਜਿਹੜਾ ਕੁੱਤੋਂ ਦੀ ਘੁੰਮ ਕੇ ਪਾਕਿਸਤਾਨ ਨੂੰ ਜਾ ਕੇ ਚੱਲ ਜਾਂਦਾ, ਜਿਹਨੂੰ ਕਿ ਅਸੀਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਕਹਿੰਦੇ ਹਾਂ, CPEC। ਸੋ ਇਸ ਕਰਕੇ ਜਦੋਂ ਚਾਈਨਾ ਨੂੰ ਪਤਾ ਲੱਗਾ ਕਿ ਇੱਥੋਂ ਤੱਕ ਸਾਡੀ ਰੋਡ ਬਣ ਗਈ ਹੈ ਔਰ ਅਸੀਂ ਆਪਣੀ ਮੂਵਮੈਂਟ ਜਿਹੜੀ ਟੁਪਸੀ ਕਰ ਸਕਦੇ ਹਾਂ, ਗਲਵਾਨ ਵੈਲੀ ਦੇ ਵਿੱਚ ਤੁਸੀਂ ਵੇਖੋਗੇ ਸ਼ਿਓਕ ਰਿਵਰ ਦੇ ਨਾਲ ਨਾਲ ਇਹ ਰੋਡ ਜਿਹੜੀ ਜਾਂਦੀ ਹੈ, ਅੱਗੇ ਜਾ ਕੇ ਗਲਵਾਨ ਰਿਵਰ ਚੱਲ ਜਾਂਦੀ ਹੈ ਇੱਥੋਂ, ਜਿਹੜੀ ਜਾ ਕੇ ਸ਼ਿਓਕ ਰਿਵਰ ਨੂੰ ਆ ਕੇ ਮਿਲ ਜਾਂਦੀ। ਗਲਵਾਨ ਰਿਵਰ ਜਿਹੜੀ ਹੈ, ਅਸੀਂ ਆਪਣੀ ਰੋਡ ਜਿਹੜੀ ਰੋਡ ਤੋਂ ਇੱਕ ਪੈਟਰੋਲਿੰਗ ਪੁਆਇੰਟ 14 ਤੱਕ, ਇਸ ਰੋਡ ਤੋਂ ਅਸੀਂ ਇੱਕ ਰੋਡ ਜਿਹੜੀ ਹੈ ਹੋਰ ਬਣਾਉਣੀ ਸ਼ੁਰੂ ਕੀਤੀ, ਲਿੰਕ ਰੋਡ ਜਿਹਨੂੰ ਕਹਿੰਦੇ ਨੇ, ਜਿਹੜੀ ਕਿ ਸਾਨੂੰ 8 ਘੰਟੇ ਜਾਂ 13 ਘੰਟੇ ਲੱਗਦੇ ਸੀ ਉੱਥੇ ਤੱਕ ਪਹੁੰਚਣ ਨੂੰ ਪੈਦਲ, ਜਿਹੜਾ ਕਿ ਅਸੀਂ ਬਹੁਤ ਈਜ਼ੀਲੀ ਉੱਥੋਂ ਤੱਕ ਜੀਪ 'ਤੇ ਜਾਂ ਛੋਟੀਆਂ ਗੱਡੀਆਂ 'ਤੇ ਪਹੁੰਚ ਸਕਦੇ ਸੀ। ਲਿੰਕ ਰੋਡ, ਇਸ ਲਿੰਕ ਰੋਡ ਤੋਂ ਚਾਈਨਾ ਨੇ ਮਨਜ਼ੂਰ ਨਹੀਂ ਕੀਤਾ,
ਉਹ ਇਸ ਲਿੰਕ ਰੋਡ ਕਰਕੇ ਔਰ ਸਾਡੀ ਮੇਨ ਰੋਡ 230 ਕਿਲੋਮੀਟਰ ਜਿਹੜੀ ਕਿ 올ਡ ਬੇਗ ਦਰਬੁਕ ਔਰ ਸ਼ੋਕ ਰੋਡ ਜਿਹਨੂੰ ਕਹਿੰਦੇ ਨੇ, ਉਸ ਰੋਡ ਕਰਕੇ ਇਹਨਾਂ ਨੇ ਇੱਥੇ ਜਦੋਂ ਪੈਟਰੋਲਿੰਗ ਪੁਆਇੰਟ ਦੇ ਉੱਤੇ ਆ ਕੇ ਪੋਜੀਸ਼ਨ ਲਈ ਔਰ ਇੱਥੋਂ ਫਿਰ ਵਾਪਸ ਨਹੀਂ ਗਏ। ਪਿੰਗੋਂਗ ਸੇ ਲੇਕ ਫਿੰਗਰ 4 ਤੋਂ ਵਾਪਸ ਨਹੀਂ ਗਏ, ਇੱਥੇ PP 14 ਤੋਂ ਵਾਪਸ ਨਹੀਂ ਗਏ। ਇਹ ਸਾਰਾ ਕੰਫਲਿਕਟ ਦੀ ਜੜ ਹੈ। ਇਹਦੇ ਬਾਰੇ ਜੋ ਮੀਟਿੰਗਸ ਹੋਈਆਂ 6 ਨੂੰ ਜਿਹੜੀ ਮੀਟਿੰਗ ਹੋਈ ਹੈ ਸਾਡੀ 6 ਜੂਨ ਜਿਹੜੀ ਕਿ ਕੋਰ ਕਮਾਂਡਰ ਦੇ ਲੈਵਲ ਤੇ ਹੋਈ ਚਸ਼ੂਲ ਦੇ ਵਿੱਚ, ਉਹਦੇ ਵਿੱਚ ਦੋਵਾਂ ਕਮਾਂਡਰਸ ਨੇ ਦੋਵਾਂ 'ਚ ਇੱਕ ਸੰਧੀ ਇਹ ਹੋਈ ਔਰ ਐਗਰੀਮੈਂਟ ਹੋਇਆ ਕਿ ਦੋਵੇਂ ਜਿਹੜੀਆਂ ਫੌਜਾਂ ਨੇ ਦੋਵਾਂ ਪੁਆਇੰਟਾਂ ਤੋਂ ਪਿੱਛੇ ਆਪਣੀ ਪਹਿਲੇ ਵਾਲੀ ਪੋਜੀਸ਼ਨ ਤੇ ਚਲੇ ਜਾਣਗੀਆਂ, ਨਹੀਂ ਤੇ 2.5 ਕਿਲੋਮੀਟਰ ਜਿਹੜਾ ਪਿੱਛੇ ਹਟ ਜਾਣਗੀਆਂ ਪੈਟਰੋਲਿੰਗ ਪੁਆਇੰਟ 14 ਤੋਂ ਔਰ ਫਿੰਗਰ 4 ਤੋਂ। ਫਿੰਗਰ 4 ਵਾਲੀ ਉਹਨਾਂ ਨੇ ਟੈਂਪਰੇਰੀਲੀ ਵਕੇਟ ਕੀਤੀ। ਫਿੰਗਰ 14 ਤੇ ਜਦੋਂ CO 16 ਬਿਹਾਰ ਜਿਹਨਾਂ ਕਿ ਹਾਲ ਦੇ ਵਿੱਚ ਹੁਣੇ ਸ਼ਹੀਦੀ ਪ੍ਰਾਪਤ ਹੋਈ ਹੈ, ਇਹ ਸੰਤੋਸ਼ ਬਾਬੂ ਇਹ ਜਦੋਂ ਗਏ ਆਪਣੇ ਜਵਾਨ ਲੈ ਕੇ ਟੁਕੜੀ 16 ਬਿਹਾਰ ਦੀ ਵੀ ਜਾ ਕੇ ਚੈੱਕ ਕਰਕੇ ਆਓ ਕਿ ਕੀ ਉਹ ਵਾਪਸ ਚਲੇ ਗਏ ਨੇ ਕਿ ਨਹੀਂ ਗਏ। ਜੇ ਨਹੀਂ ਗਏ ਤਾਂ ਉਹਨਾਂ ਨਾਲ ਗੱਲਬਾਤ ਕਰਾਓ। ਚਾਈਨੀਜ਼ ਇਹ ਮੇਰਾ ਖਿਆਲ ਇਸ ਚੀਜ਼ ਉੱਤੇ ਤਿਆਰ ਬੈਠੇ ਸੀ ਇਸ ਚੀਜ਼ ਨੂੰ ਕਿ ਜਦੋਂ ਵੀ ਆਏ, ਜਦੋਂ ਇੰਡੀਅਨ ਟਰੂਪਸ ਆਉਣਗੇ ਇਹਨਾਂ ਨੇ ਕਿਉਂ ਜੋ 75 ਦੀ ਇੱਕ ਸਾਡੀ 67 ਦੀ ਇੱਕ ਸੰਧੀ ਹੋਈ ਸੀ, ਜਿਹੜੇ ਐਗਰੀਮੈਂਟ ਦੇ ਵਿੱਚ ਅਸੀਂ ਨਾਥੂਲਾ ਦੇ ਵਿੱਚ ਜਿਹੜੀ ਚੋਲਾ 'ਚ ਏਰੀਆ 'ਚ ਹੋਈ ਜਨਰਲ ਸੰਗਤ ਦੇ ਨੀਚੇ ਇੱਕ ਲੜਾਈ ਹੋਈ ਸੀ ਜਿਹਦੇ ਨਾਲ ਕਿ ਉਹਨਾਂ ਦੇ ਬੰਦੇ ਮਾਰੇ ਗਏ ਸੀ, ਸਾਡੇ ਵੀ 80 ਬੰਦੇ ਸ਼ਹੀਦ ਹੋ ਗਏ ਸੀ, ਉਹਨਾਂ ਦੇ 200 ਚਾਈਨੀਜ਼ ਦੇ ਮਾਰੇ ਗਏ ਸੀ। ਉਸ ਤੋਂ ਬਾਅਦ ਇਹ ਐਗਰੀਮੈਂਟ ਆਇਆ ਸੀ ਕਿ ਕੋਈ ਗੋਲੀ ਨਹੀਂ ਚਲਾਏਗਾ ਦੋਵਾਂ ਸਾਈਡਾਂ ਤੋਂ। ਇਸ ਨਜ਼ਰ ਦੇ ਨਾਲ ਉਹਨਾਂ ਨੇ ਤਾਰ ਬੰਨ੍ਹ ਕੇ ਡੰਡੇ ਰੱਖੇ ਸੀ ਜਿਹੜੇ ਕਿ ਬਹੁਤ ਵੱਡੇ ਵੱਡੇ, ਔਰ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਤੱਕ ਵੇਟ ਕਰਦੇ ਰਹੇ ਔਰ ਆਪਸ 'ਚ ਗੱਲਬਾਤ ਕਰਦੇ ਡਿਲੇ ਕਰਦੇ ਰਹੇ ਜਾਣਬੁੱਝ ਕੇ। ਜੋ ਰਾਤ ਦਾ ਹਨੇਰਾ ਹੋਇਆ ਤੇ ਇਹਨਾਂ ਨੇ ਅਚਾਨਕ ਇੰਡੀਆ ਦੇ ਜਦੋਂ ਆਖਿਆ ਤੁਸੀਂ ਵਾਪਸ ਕਿਉਂ ਨਹੀਂ ਗਏ, ਤੁਸੀਂ ਗਏ ਕਿਉਂ ਨਹੀਂ, ਤੇ ਉਹਨਾਂ ਜਾਣੇ ਆ ਕਰਕੇ ਇੱਕਦਮ ਅਚਾਨਕ ਅਟੈਕ ਕਰਤਾ ਇਹਨਾਂ ਨੇ, ਜਿਹੜਾ ਕਿ ਪ੍ਰੀ ਪਲਾਨ ਸੀ, ਆਲਰੇਡੀ ਪ੍ਰੀਪੇਅਰਡ ਸਨ। ਉੱਤੋਂ ਹੁਕਮ ਸਨ ਵੈਸਟਰਨ ਕਮਾਂਡ ਜਿਹੜੀ ਹੈ ਤਿੱਬਤ ਦੇ ਤੈਨਾਤ ਇਹਨਾਂ ਦੀ ਉਹਦੇ 'ਚ। ਔਰ ਇਹਨਾਂ ਨੇ ਜਦੋਂ ਜੋ ਕੀਤਾ ਇਹਨਾਂ ਨੂੰ ਕਲੈਸ਼ ਹੋਇਆ ਆਪਸ 'ਚ, ਗੁੱਥਮ ਗੁੱਥਾ ਹੋਏ, ਜਦੋਂ ਕਿ ਹੁਣ ਖਬਰ ਆ ਰਹੀ ਹੈ ਕਿ 30 ਬੰਦੇ ਜਿਹੜੇ ਨੇ ਉਹ ਚਾਈਨਾ ਦੇ, ਜਿਸ 'ਚ ਇੱਕ ਮੇਜਰ ਇੱਕ ਕੈਪਟਨ ਔਰ ਬਾਕੀ ਉਹਨਾਂ ਦੇ ਜਵਾਨ ਨੇ ਉਹ ਮਾਰੇ ਗਏ ਨੇ। ਉਹ ਸਾਡੀ ਸਾਈਡ ਤੋਂ ਜਿਹੜੀ ਪਹਿਲਾਂ ਖਬਰ ਆਈ ਸੀ ਜਿਹੜੀ ਕਿ ਉੱਥੇ ਕਿਉਂਕਿ ਬਹੁਤ ਨੈਰੋ ਪਾਥ ਹੈ ਔਰ ਸੱਜੇ ਪਾਸੇ ਰਿਵਰ ਹੈ ਗਲਵਾਨ ਰਿਵਰ, ਉਹਦੇ ਵਿੱਚ ਜਿਹੜਾ ਕਿਉਂ ਜੋ ਧੱਕਾ ਮੁੱਕੀ ਦੇ ਵਿੱਚ ਬੰਦਾ ਡਿੱਗ ਪੈਂਦਾ ਨੀਚੇ, ਔਰ ਉਹਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਉਹ ਬੰਦੇ ਸਾਡੇ ਜਿਹੜੇ 20 ਬੰਦੇ ਬਾਅਦ 'ਚ ਬੋਡੀਜ਼ ਅਸੀਂ ਸਵੇਰੇ ਕੀਤੀਆਂ ਔਰ ਪਤਾ ਲੱਗਾ ਸਾਨੂੰ, ਔਰ ਉਹ 20 ਜਵਾਨ ਜਿਹੜੇ ਨੇ ਉਹ ਨੀਚੇ ਗਿਰ ਗਏ ਸਨ ਔਰ ਉਹਨਾਂ ਦੀ ਮੌਤ ਜਿਹੜੀ ਸ਼ਹੀਦੀ ਉਹਨਾਂ ਪ੍ਰਾਪਤ ਕੀਤੀ ਹੈ ਉਹ ਗਲਵਾਨ ਰਿਵਰ ਦੇ ਵਿੱਚ ਗਿਰ ਕੇ ਕੀਤੀ। ਜਿਹੜੇ ਕਿ ਉੱਪਰ ਸਨ ਉਹ CO ਔਰ 2 ਜਵਾਨ ਜਿਹੜੀ ਪਹਿਲਾਂ ਖਬਰ ਆਈ ਸੀ 3 ਬੰਦਿਆਂ ਦੀ, ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਹੁਣ ਇਸ ਵਕਤ ਸਟੈਂਡ ਆਫ ਜਿਹੜਾ ਚੱਲ ਰਿਹਾ ਜੋ ਸਿਚੁਏਸ਼ਨ ਹੈ ਪ੍ਰੈਜ਼ੈਂਟ, ਉਹ ਇਹ ਕਿ ਦੋਵਾਂ ਦੀ ਕਿਸ ਤਰ੍ਹਾਂ ਦੀ ਗੱਲਬਾਤ ਹੋਏਗੀ। ਇੱਕ ਬਹੁਤ ਵੱਡਾ ਪੋਲੀਟੀਕਲ ਡਿਸੀਜ਼ਨ ਜਿਹੜਾ ਕਿ ਮੈਂ ਕਹਾਂਗਾ ਹੁਣ ਡਿਪਲੋਮੇਸੀ ਐਂਡ ਪੋਲੀਟੀਕਲ ਡਿਸੀਜ਼ਨ, 2 ਚੀਜ਼ਾਂ 'ਤੇ ਦਿਲ ਨੰਬਰ ਹੈ। ਕਿਉਂ ਜੋ ਆਲ ਆਊਟ ਵਾਰ ਜਿਹਦਾ ਇਹਦਾ ਕੋਈ ਫਾਇਦਾ ਨਹੀਂ, ਕਿਉਂ ਜੋ ਐਸਕੇਲੇਟ ਕਰਾਂਗੇ ਇਹ ਬਹੁਤ ਵੱਡੇ ਪਹੁੰਚ ਜਾਏਗੀ। ਇਹ ਹੈ ਨਹੀਂ ਕਿ ਅਸੀਂ ਉਹਨਾਂ ਨੂੰ ਧੱਕਾ ਦੇ ਕੇ ਬਾਹਰ, ਕਿਉਂ LAC 'ਤੇ ਬੈਠੇ ਨੇ, ਇਸ ਕਰਕੇ ਕੋਈ ਸਾਨੂੰ ਅਸੀਂ ਇਹਨੂੰ ਵੱਡੇ ਲੈਵਲ 'ਤੇ ਜਾ ਕੇ ਇਸ ਗੱਲ ਨੂੰ ਸੁਲਝਾ ਸਕਦੇ ਹਾਂ। ਦੂਸਰੀ ਚੀਜ਼ ਸਾਨੂੰ ਐਡਵਾਂਟੇਜ ਇਹਦੇ ਸਭ ਤੋਂ ਵੱਡੀ ਐਡਵਾਂਟੇਜ ਇਹ ਹੈ ਕਿ ਇਸ ਏਰੀਏ ਦੇ ਵਿੱਚ ਸਾਡੇ ਕੋਲ ਅਸੀਂ ਹਾਈਟ 'ਤੇ ਬੈਠੇ ਹਾਂ। ਦੌਲਤ ਬੇਗ ਗੋਲਡੀ ਜਿਹੜਾ 에ਅਰਪੋਰਟ ਜਿਹੜਾ 에ਅਰ ਬੇਸ ਹੈ ਸਾਡਾ, ਇਹ 14,000 ਦੀ ਉਚਾਈ 'ਤੇ ਹੈ। 14,000 ਇੱਕ ਬਹੁਤ ਵੱਡੀ ਉਚਾਈ ਹੁੰਦੀ ਹੈ, ਔਰ 14,000 ਦੀ ਉਚਾਈ ਤੋਂ ਨੀਚੇ ਅਸੀਂ ਦੇਖ ਰਹੇ ਹਾਂ ਗਲਵਾਨ ਵੈਲੀ 'ਚ ਨੀਚੇ ਦੇਖ ਰਹੇ ਹਾਂ, ਔਰ ਜਿਹੜਾ ਪਹਾੜੀ ਇਲਾਕਾ ਹੁੰਦਾ ਹੈ ਉਹ 'ਚ ਉਚਾਈ ਜਿਹੜੀ ਬਹੁਤ ਮਾਇਨੇ ਰੱਖਦੀ। ਦੂਸਰੀ ਚੀਜ਼ ਇਹ ਚੀਜ਼ ਤੁਸੀਂ ਵੇਖੋ ਕਿ ਤਿੱਬਤ ਜਿਹੜਾ ਏਰੀਆ ਹੈ ਪਲੇਟੋ ਏਰੀਆ, ਤਿੱਬਤ ਪੂਰਾ ਇੱਕ ਪਲੇਟੋ ਹੈ ਜਿਹੜਾ ਕਿ 5,000 ਮੀਟਰ ਦੀ ਉਚਾਈ 'ਤੇ ਲੋਕੇਟਡ ਹੈ, ਔਰ 에ਅਰਕ੍ਰਾਫਟ ਉਹਨਾਂ 'ਤੇ ਕੋਈ ਵੀ ਸਿਵਲ ਦਾ 에ਅਰਕ੍ਰਾਫਟ ਅੱਜ ਤੱਕ ਤਿੱਬਤ ਤੋਂ ਉੱਪਰ ਨਹੀਂ ਜਾਂਦਾ, ਕਿਉਂ ਜੋ ਹਾਈਟ ਬਹੁਤ ਜ਼ਿਆਦਾ ਹੈ ਤਿੱਬਤ ਦੀ। ਹੁਣ ਤਿੱਬਤ ਨੂੰ ਕ੍ਰਾਸ ਕਰਕੇ ਉਹਨਾਂ ਨੂੰ ਆਉਣਾ, ਤੁਸੀਂ ਸਮਝੋ ਕਿ ਪਹਿਲਾਂ ਹੀ ਅਸੀਂ ਤਿੱਬਤ ਨੂੰ 5,000 ਮੀਟਰ ਤੋਂ ਕ੍ਰਾਸ ਕਰਨਗੇ, ਉਹ 16-17,000 ਦੀ ਉਚਾਈ 'ਤੇ ਪਹਿਲਾਂ ਤਿੱਬਤ ਹੈ, ਉਸ ਤੋਂ ਉੱਤੇ ਫਿਰ 에ਅਰਕ੍ਰਾਫਟ ਨੂੰ ਉਹ ਹੈਵੀ ਪੇ ਲੋਡ
ਜਾਂ ਹੈਵੀ ਵੈਪਨ ਲੋਡ ਜਾਂ ਹੈਵੀ ਬੰਬਸ ਜਾਂ ਕੋਈ ਲੈ ਕੇ 에ਅਰਕ੍ਰਾਫਟ ਉਹਨਾਂ ਦਾ ਨਹੀਂ ਆ ਸਕਦਾ, ਮੁਸ਼ਕਲ ਹੋਏਗਾ ਬਹੁਤ। ਸੋ ਚਾਈਨਾ ਵਾਸਤੇ ਵੀ ਈਜ਼ੀ ਨਹੀਂ ਹੈ ਕਿ ਜਦੋਂ ਮਰਜ਼ੀ ਉਹ ਅਟੈਕ ਕਰ ਦੇ। ਸਾਡੇ ਵਾਸਤੇ ਫਿਰ ਵੀ ਈਜ਼ੀ ਹੈ, ਇਸ ਕਰਕੇ ਈਜ਼ੀ ਹੈ ਕਿ ਸਾਡੇ ਵਾਸਤੇ ਇਹ ਜਿਹੜੀ ਇਹ ਦੌਲਤ ਬੇਗ ਓਲਡੀ 에ਅਰ ਬੇਸ ਹੈ, ਉਹ ਅਸੀਂ ਕਾਫੀ ਇੰਪਰੂਵ ਕਰ ਦਿੱਤਾ। ਪਹਿਲਾਂ AN-12 ਸਿਰਫ ਲੈਂਡ ਕਰਦਾ ਸੀ, ਹੁਣ ਉਹਦੇ 'ਤੇ ਸੀ 17 ਹਰਕੁਲੀਸ, ਜਿਹੜਾ ਕਿ 에ਅਰਕ੍ਰਾਫਟ ਬਹੁਤ ਹੈਵੀ, ਜਿਹੜਾ ਕਿ ਪੇਲੋਡ ਲੈ ਕੇ ਜਾ ਸਕਦਾ ਹੈ। ਉਹ ਸਟੈਪ ਵੀ ਵਧਾਤੀ ਹੈ ਔਰ 250 ਕਿਲੋਮੀਟਰ ਰੋਡ ਵੀ ਬਣ ਗਈ, ਜਿਹੜੀ ਕਿ ਦਰਬੁਕ ਤੋਂ ਸ਼ੋਕ ਤੋਂ ਉਹ ਬਣ ਗਈ ਹੈ ਰੋਡ ਜਿਹੜੀ ਹੈ। ਔਰ ਇਸ ਰੋਡ ਕਰਕੇ ਓਲਡ ਬੇਗ ਅਸੀਂ ਜਿਹੜੀ ਹੈ ਓਲਡੀ ਤੋਂ ਅਸੀਂ ਉਹਨਾਂ ਨੂੰ ਉਹ ਜਿਹੜੀ ਰੋਡ ਹੈ ਕਾਰਾਕੋਰਮ ਹਾਈਵੇ, ਜਿਹਨੂੰ ਕਿ ਅਸੀਂ ਚਾਈਨਾ ਬਾਰਡਰ ਜਿਹੜੀ ਇੱਥੋਂ ਰੋਡ ਜਾਂਦੀ ਹੈ ਔਰ ਜਿਹੜੀ ਚਾਈਨਾ ਨੂੰ ਕਨੈਕਟ ਕਰਦੀ ਹੈ, ਉਹਨੂੰ ਵੀ ਇੰਟਰਡਿਕਟ ਕਰ ਸਕਦੇ ਹਾਂ। ਅਸੀਂ ਇੱਥੋਂ 에ਅਰਫੋਰਸ ਦੇ ਨਾਲ ਵੀ ਲੜਾਈ ਕਰ ਸਕਦੇ ਹਾਂ ਔਰ ਸਾਡਾ ਜਿਹੜਾ ਗੋਲਾ ਬਰੂਦ, ਸਾਡੀਆਂ ਜਿਹੜੀਆਂ ਨੇ ਬਫੋ ਗਨਜ਼ ਵਗੈਰਾ ਵੀ, ਉਹ ਇਹਨਾਂ ਗੰਨਾਂ ਤੋਂ ਜਾਂ ਜਿਨ੍ਹਾਂ ਵੀ ਐਮੂਨੀਸ਼ਨ ਔਰ ਟੁਪਸ ਨੇ ਸਾਡੇ ਇਸ ਰੋਡ ਤੋਂ ਆਰਾਮ ਦੇ ਨਾਲ ਇਸ ਏਰੀਏ 'ਚ ਪਹੁੰਚ ਸਕਦੇ ਹਾਂ। ਸੋ ਟੈਕਟੀਕਲੀ ਸਾਡੇ ਕੋਲ ਐਡਵਾਂਟੇਜ ਹੈ ਇਸ ਚੀਜ਼ ਦੀ। ਇਹ ਨਹੀਂ ਕਿ ਅਸੀਂ ਬਿਲਕੁਲ ਹੀ ਚਾਈਨਾ ਇੱਕਦਮ ਸਾਨੂੰ ਝੜਪਾਏਗਾ, ਪਰ ਅਸੀਂ ਚਾਹੁੰਦੇ ਨਹੀਂ ਹਾਂ ਕਿ ਇਸੇ ਇਨ ਕਨਫਲਿਕਟ ਦੇ ਵਿੱਚ ਇੱਕ ਇਨਵੋਲਵਮੈਂਟ ਵੱਡੇ ਲੈਵਲ 'ਤੇ ਹੋਏ, ਕਿਉਂ ਜੋ ਕੋਈ ਵੀ ਹਾਲਾਤ ਦੇ ਵਿੱਚ ਕੋਈ ਵੀ ਚੀਜ਼ ਚੱਲੀ। ਔਰ ਅਸੀਂ ਚਾਹੁੰਦੇ ਨਹੀਂ ਕਿ ਨਿਊਕਲੀਅਰ ਚੀਜ਼ ਦੇ ਉੱਤੇ ਉਹ ਜਿਹੜੀ ਕਿ ਉਹਨਾਂ ਨੂੰ ਕਾਫੀ ਐਡਵਾਂਟੇਜ ਹੈ ਚਾਈਨਾ ਨੂੰ, ਅਸੀਂ ਇਸ ਚੀਜ਼ ਨੂੰ ਚਾਹੁੰਦੇ ਨਹੀਂ ਕਿ ਨਿਊਕਲੀਅਰ ਵਾਰਫੇਅਰ ਨੂੰ ਟਰਨ ਕਰ ਜੇ ਜਾਂ ਕੋਈ ਵੱਡੀ ਜੇ ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਸਾਡਾ ਨੁਕਸਾਨ ਵੀ ਹੋਏ, ਉਹਨਾਂ ਦਾ ਨੁਕਸਾਨ ਵੀ ਹੋਏ। ਪਰ ਅਸੀਂ ਨਾਲ ਦੀ ਨਾਲ ਇਹ ਪੋਲੀਟੀਕਲ ਡਿਸੀਜ਼ਨ 'ਤੇ ਹੁਣ ਡਿਪੈਂਡ ਕਰਦਾ ਕਿ ਪੋਲੀਟੀਕਲ ਡਿਸੀਜ਼ਨ ਕੀ ਲਿਆ ਜਾਂਦਾ, ਕਿ ਇਹ ਅਸੀਂ ਆਪਣਾ ਬਦਲਾ ਲੈਣ ਦੀ ਭਾਵਨਾ ਨਾਲ ਅਸੀਂ ਬਦਲਾ ਲਵਾਂਗੇ। ਇਹ ਇੱਕ ਮੈਂ ਤਰ੍ਹਾਂ ਇੱਕ ਹੋਰ ਵੀ ਚੀਜ਼ ਮੈਂ ਕਹਿਣਾ ਜ਼ਰੂਰੀ ਸਮਝਾਂਗਾ ਇਸ ਵਕਤ ਕਿ ਇਹ ਕੁਛ ਕਸੂਰ ਸਾਡਾ ਆਪਣਾ ਵੀ ਹੈ, ਇਸ ਕਰਕੇ ਕਿ ਜਿਵੇਂ ਕਾਰਗਿਲ ਦੇ ਵਿੱਚ ਇੰਟੈਲੀਜੈਂਸ ਫੇਲੀਅਰ ਹਾਈਐਸਟ ਲੈਵਲ ਰॉ ਤੋਂ ਲੈ ਕੇ ਨੀਚੇ ਪੈਟਰੋਲਿੰਗ ਤੱਕ ਹੋਇਆ ਸੀ ਲੈਵਲ ਤੱਕ, ਐਤਕੀ ਵੀ ਮੈਂ ਕਹਾਂਗਾ ਇੱਕ ਇੰਟੈਲੀਜੈਂਸ ਫੇਲੀਅਰ ਸੀ। ਕੋਈ ਸੈਟਲਾਈਟ ਪਿਕਚਰਸ ਨੂੰ ਸਾਨੂੰ ਜਦੋਂ ਕਰੋਨਾ ਤੋਂ ਬਾਅਦ April May ਦੇ ਵਿੱਚ ਇਹ ਫੌਜ ਨੂੰ ਹੁਕਮ ਮਿਲਿਆ ਸੀ ਕੋਈ ਵੀ ਟਰੂਪਸ ਛੁੱਟੀ ਤੋਂ ਵਾਪਸ ਨਹੀਂ ਜਾਏਗਾ। ਈਵਨ ਜਿਹੜੀ ਸਟਾਕਿੰਗ ਹੋਣੀ ਸੀ ਉਹਦੇ ਵਿੱਚ ਵੀ ਦੇਰੀ ਹੋ ਗਈ ਔਰ ਜਿਹੜੀ ਪੈਟਰੋਲਿੰਗ ਵੀ ਪ੍ਰੋਪਰ ਨਹੀਂ ਹੋਈ। ਚਾਈਨੀਜ਼ ਨੇ ਇਹਦਾ ਫਾਇਦਾ ਉਠਾਇਆ ਔਰ ਆ ਕੇ ਉੱਥੇ ਬੈਠ ਗਏ, ਜਿਵੇਂ ਕਿ ਕਾਰਗਿਲ ਦੇ ਵਿੱਚ ਪਾਕਿਸਤਾਨੀ ਆ ਕੇ ਬੈਠ ਗਏ ਸੀ, ਪਹਾੜੀਆਂ ਨੂੰ ਕਬਜ਼ਾ ਕਰ ਲਿਆ ਸੀ। ਉੱਥੋਂ ਤੋਂ ਉਹਨਾਂ ਨੇ ਹਟਾ ਕੇ ਅਸੀਂ ਪਿੱਛੇ ਉਹਨਾਂ ਨੂੰ ਭੇਜ ਦਿੱਤਾ। ਇੱਥੋਂ ਹੁਣ ਕੀ ਕਰ ਰਹੇ ਹਾਂ ਅਸੀਂ, ਸਿਚੁਏਸ਼ਨ ਸੇਮ ਹੈ। ਸਾਡੀ ਉਦੋਂ ਗਲਤੀ ਇਹ ਸੀ ਕਿ ਅਸੀਂ ਜ਼ਿਆਦਾ ਸਾਰਾ ਧਿਆਨ ਕਰੋਨਾ ਵੱਲ ਪੈ ਗਿਆ ਔਰ ਅਸੀਂ 에ਅਰਫੋਰਸ ਨੂੰ ਫੁੱਲ ਬਰਸਾਉਣ 'ਤੇ ਔਰ ਸਾਰੇ ਹਸਪਤਾਲਾਂ 'ਚ ਇਸ ਪਾਸੇ ਸਾਡਾ ਹੋ ਗਿਆ ਤਵੱਜੋ। ਇਹ ਨਹੀਂ ਕਿਆ ਖਿਆਲ ਕੀਤਾ ਕਿ ਚਾਈਨਾ ਬਾਰਡਰ 'ਤੇ ਵੀ ਧਿਆਨ ਕੀਤਾ ਜਾਏ, ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਗਲਤੀ ਹੈ ਟੈਕਨੀਕਲੀ, ਜਿਹੜੀ ਗਵਰਨਮੈਂਟ ਦੇ ਲੈਵਲ ਦੇ ਉੱਤੇ ਜਾਂ CDS ਦੇ ਲੈਵਲ ਦੇ ਉੱਤੇ ਜਾਂ ਕਿਸੇ ਲੈਵਲ ਦੇ ਉੱਤੇ। ਔਰ ਇਸ ਦਾ ਕੀ ਹੱਲ ਹੁਣ ਨਿਕਲੇਗਾ ਆਉਣ ਵਾਲੇ ਵਕਤ ਦੇ ਵਿੱਚ, ਇਹ ਦੋ ਚੀਜ਼ਾਂ 'ਤੇ ਮੁਨਸਰ ਕਰਦਾ ਹੈ। ਬਾਕੀ ਸਾਰੀ ਤੁਹਾਨੂੰ ਸਿਚੁਏਸ਼ਨ ਸਮਝਾਤੀ ਮੈਂ, ਦੋ ਚੀਜ਼ਾਂ 'ਤੇ ਮੁਨਸਰ ਕਰਦਾ ਹੈ ਕਿ ਪੋਲੀਟੀਕਲ ਡਿਸੀਜ਼ਨ ਕੀ ਹੁੰਦਾ ਹੈ, ਡਿਪਲੋਮੈਟਿਕ ਅਤੇ ਪੋਲੀਟੀਕਲ। ਇਹ ਦੋ ਚੀਜ਼ਾਂ ਦੇ ਡਿਸੀਜ਼ਨ ਅਸੀਂ ਵੇਟ ਕਰ ਰਹੇ ਹਾਂ। ਫੌਜਾਂ ਤਾਂ ਹਰ ਵਕਤ ਤਿਆਰ ਹੁੰਦੀਆਂ ਨੇ। ਐਮਰਜੈਂਸੀ ਹੁਕਮ ਲਾਗੂ ਕਰ ਦਿੱਤੇ ਗਏ ਨੇ ਫੌਜ ਨੂੰ ਕਿ ਫੌਜ ਜਿਹੜੀ ਹੈ ਉਸ ਏਰੀਏ ਦੇ ਵਿੱਚ ਤੈਨਾਤ ਜਿਹੜੀ ਫੌਜ ਹੈ ਉਹਨਾਂ ਨੂੰ ਐਮਰਜੈਂਸੀ ਹੁਕਮ ਹੁਣੇ ਲਾਗੂ ਕਰਤੇ ਅੱਜ ਕਿ ਕੋਈ ਵੀ ਐਕਸ਼ਨ ਲੈ ਸਕਦੇ ਨੇ ਆਪਣੇ ਲੈਵਲ 'ਤੇ, ਉਹਨਾਂ ਨੂੰ ਕੋਈ ਹੁਕਮ ਦੀ ਲੋੜ ਨਹੀਂ। ਅਗਰ ਕੋਈ ਚਾਈਨਾ ਇਹੋ ਜਿਹੀ ਕੋਈ ਕਰਦਾ ਹੈ ਲੈ ਸਕਦੇ ਨੇ। ਜਿਹੜਾ ਵੱਡਾ ਐਕਸ਼ਨ ਹੈ ਉਸ ਤੋਂ ਬਾਅਦ ਉਹ ਅੱਗੋਂ ਪੋਲੀਟੀਕਲ ਡਿਸੀਜ਼ਨ। ਮੈਂ ਪੁੱਛਣਾ ਚਾਹੂੰਗਾ ਕਿ ਹਰ ਵਾਰ ਜਿਹੜਾ ਕਿ ਆਪਾਂ ਨੂੰ ਇੱਕ ਵੱਡੇ ਪੱਧਰ 'ਤੇ ਦੇਖਣ 'ਚ ਮਿਲਦਾ ਹੈ ਕਿ ਜਿਹੜਾ ਇੰਟੈਲੀਜੈਂਸ ਫੇਲੀਅਰ ਹੈ, ਸਭ ਤੋਂ ਵੱਡਾ ਪੁਆਇੰਟ ਜਿਹੜਾ ਹਮੇਸ਼ਾ ਆਪਣਾ ਆਉਂਦਾ ਕਿ ਇੰਟੈਲੀਜੈਂਸ ਫੇਲੀਅਰ ਹੈ। ਕਿਉਂ ਸਾਡਾ ਇੰਟੈਲੀਜੈਂਸ ਫੇਲੀਅਰ ਹੁੰਦਾ ਆਪਣਾ ਕਿਉਂ ਨਹੀਂ ਸਾਡਾ ਜਿਹੜਾ ਕਿ ਇੰਟੈਲੀਜੈਂਸ ਜਿਹੜੀ ਹੈ ਕਿ ਪ੍ਰੋਪਰ ਐਕਟਿਵ ਰਹਿੰਦੀ, ਦਰੁਸਤ ਰਹਿੰਦੀ? ਇਹ ਮੈਂ ਨਹੀਂ ਕਹਿ ਸਕਦਾ ਕਿ ਇੰਟੈਲੀਜੈਂਸ ਫੇਲੀਅਰ ਇਸ ਵਕਤ ਕਿਉਂ ਹੋਇਆ ਔਰ ਕੀ ਰੀਜ਼ਨ ਸੀ। ਕਿ ਰॉ ਨੇ ਪਿਕਚਰ ਨਹੀਂ ਦਿੱਤਾ ਜਾਂ ਸਾਡੇ ਸੈਟਲਾਈਟਸ ਦੇ ਥਰੂ ਇਹ ਚੀਜ਼ ਨਹੀਂ ਪਤਾ ਚੱਲੀ ਕਿ ਆ ਕੇ ਉਹਨਾਂ ਨੇ ਆਕੂਪਾਈ ਕਰ ਲਏ ਨੇ। ਉਹਨਾਂ ਨੇ ਕੁਝ ਬੰਕਰਸ ਵੀ ਆਪਣੇ ਪਿੱਛੇ ਇੰਪਰੂਵ ਕਰ ਲਏ ਸੀ ਬੇਸਿਸ 'ਚ, ਹੁਣ ਉਹ ਸੈਟਲਾਈਟ ਪਿਕਚਰਸ ਤੋਂ ਪਤਾ ਲੱਗਦਾ। ਇਹ ਸਾਰੀ ਜਿਹੜੀ ਇਹ ਕੁਲੇਟ ਕੀਤੀ ਜਾਣੀ ਚਾਹੀਦੀ ਸੀ ਔਰ ਪਤਾ ਰੱਖਣਾ ਚਾਹੀਦਾ ਸੀ, ਜਿਹੜਾ ਕਿ ਮੈਂ ਸਮਝਦਾ ਕਿ ਇੱਕ ਰॉ ਲੈਵਲ 'ਤੇ ਜਾਂ ਜੁਆਇੰਟ ਇੰਟੈਲੀਜੈਂਸ ਜਿਹੜੀ ਹਰ 15 ਦਿਨ ਦੇ ਬਾਅਦ ਜਿਹੜੀ ਮੀਟਿੰਗ ਹੁੰਦੀ ਹੈ, ਜੁਆਇੰਟ ਮੀਟਿੰਗ ਹੁੰਦੀ ਹੈ ਆਰਮੀ ਹੈੱਡਕੁਆਟਰ 'ਚ, ਉਹਦੇ ਵਿੱਚ ਪਤਾ ਲੱਗਣਾ ਚਾਹੀਦਾ ਸੀ। ਔਰ ਇਹ ਪੈਟਰੋਲਿੰਗ ਜਿਹੜੀ ਹੈ ਲਗਾਤਾਰ ਜਾਰੀ ਰਹਿਣੀ ਚਾਹੀਦੀ ਸੀ। ਅਤੇ ਫਿਰ ਮੈਂ ਸਵਾਲ ਨਹੀਂ ਪੈਦਾ ਹੁੰਦਾ ਸੀ ਕਿ ਕੋਈ ਚਾਈਨੀਜ਼ ਆ ਕੇ ਇੱਥੇ ਬੈਠ ਸਕਦਾ। ਇੱਥੇ ਮੈਂ ਵੀ ਤੁਹਾਨੂੰ ਸਵਾਲ ਪੁੱਛਾਂਗਾ ਕਿ ਹੁਣ ਇਸ ਦੇ ਵਿੱਚ ਜਿਹੜਾ ਹੈ ਕਿ ਜਿਹੜੇ ਜਵਾਨ ਨੇ
ਜੇ ਉਹਨਾਂ ਵੱਲੋਂ ਪੂਰੀ ਤਿਆਰੀ ਹੈ, ਜੇ ਦੋਨੋਂ ਤਰਫਾਂ ਤੋਂ ਇੱਕ ਜਿਹੜਾ ਕਿ ਫਾਇਰਿੰਗ ਨਹੀਂ ਹੋ ਸਕਦੀ, ਪਰ ਜਿਹੜਾ ਕਿ ਜਿਸ ਤਰ੍ਹਾਂ ਕਿ ਉਹਨਾਂ ਨੇ ਸਾਡੇ ਜਿਹੜੇ ਆਪਣੇ ਭਾਰਤੀ ਜਿਹੜੇ ਸਾਡੇ ਜਵਾਨ ਸੀਗੇ, ਜਿਸ ਤਰ੍ਹਾਂ ਉਹਨਾਂ 'ਤੇ ਹਮਲਾ ਕੀਤਾ, ਉਹਨਾਂ ਨੂੰ ਜ਼ਖਮੀ ਕੀਤਾ, ਅਤੇ ਸਾਡੇ ਕੋਲ ਇਹੋ ਜਿਹੀ ਤਿਆਰੀ ਕਿਉਂ ਨਹੀਂ ਸੀ? ਜਾਂ ਤਾਂ ਅਸੀਂ ਉਹਨਾਂ ਦੇ ਉੱਤੇ ਇੱਕ ਵਿਸ਼ਵਾਸ ਮਤ ਦੇ ਉੱਤੇ ਚਲੇ ਗਏ ਸੀ ਕਿ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਉੱਤੇ ਕਿਉਂ, ਔਰ ਬਾਰ-ਬਾਰ ਸਾਡੇ ਨਾਲ ਵਿਸ਼ਵਾਸਘਾਤ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਦੇ ਉੱਤੇ ਫੇਥ ਕਰਕੇ ਅਸੀਂ ਚਲੇ ਜਾਂਦੇ। ਦੇਖੋ 62 ਤੋਂ ਇਹ ਚੱਲਦੇ ਆ ਰਹੀ ਹਿੰਦੀ ਚੀਨੀ ਬਾਈ ਔਰ ਉਸ ਤੋਂ ਬਾਅਦ ਵਿਸ਼ਵਾਸਘਾਤ ਕੀਤਾ, ਇਹ ਉਹਨਾਂ ਦੀ ਫਿਤਰਤ ਹੈ। ਔਰ ਐਤਕੀ ਵੀ ਉਹਨਾਂ ਨੇ ਇਹ ਨਹੀਂ ਦੱਸਿਆ, ਉਹਨਾਂ ਨੇ ਪ੍ਰਪੇਅਰਡ ਸਨ। ਔਰ ਜੋ ਸਾਡੇ ਅਚਾਨਕ ਸੀਓ ਨੇ ਜਦੋਂ ਹੁਕਮ ਮਿਲਿਆ ਕਿ ਜਾ ਕੇ ਚੈੱਕ ਕਰਕੇ ਆਓ, ਉਹਨਾਂ ਨੇ ਸੁਭਾਵਿਕ ਤੌਰ 'ਤੇ ਗਏ ਅਨਪ੍ਰਿਪੇਅਰਡ। ਕੋਈ ਇਹਨਾਂ ਨੂੰ ਇਹ ਨਹੀਂ ਸੀ ਕਿ ਜਾ ਕੇ ਕੋਈ ਚੀਜ਼ ਲੈ ਕੇ ਜਾਣੀ ਹੈ, ਜਿੱਥੋਂ ਕਿ ਉਹ ਬਿਲਕੁਲ ਤਾਰੇ ਕੰਡੇ ਵਾਲੀ ਤਾਰ ਲਪੇਟੀ, ਡੰਡੇ ਵੱਡੇ ਉਹਨਾਂ ਨੂੰ ਬੱਲੀਆਂ ਦੇ ਨਾਲ ਔਰ ਦੂਜੇ ਚੀਜ਼ਾਂ ਨਾਲ, ਪੱਥਰਾਂ ਨਾਲ, ਹਰ ਇੱਕ ਚੀਜ਼ ਨਾਲ ਉਹ ਲੈਸ ਹੋ ਕੇ ਤਿਆਰ ਬੈਠੇ ਸਨ, ਕਿ ਉਹਨਾਂ ਨੂੰ ਦਿਲ ਦੇ ਵਿੱਚ ਕਲੀਅਰ ਸੀ ਕਿ ਉਹਨਾਂ ਨੂੰ ਆਰਡਰ ਮਿਲੇ ਸਨ ਉਹਨਾਂ ਦੇ ਵੈਸਟਰਨ ਥੀਏਟਰ ਵੱਲੋਂ, ਕਮਾਂਡਰ ਵੱਲੋਂ, ਜਾਂ ਜੋ ਵੀ ਉਹਨਾਂ ਦਾ ਅਹੁਦੇਦਾਰ ਹੈ, ਕਿ ਇਹ ਤੁਸੀਂ ਪਿੱਛੇ ਨਹੀਂ ਹਟਣਾ। ਜਦੋਂ ਵੀ ਆਉਂਦੇ ਨੇ ਕੋਈ ਗੱਲ ਹੁੰਦੀ ਹੈ ਹੱਥਾਂ ਮੁੱਕੀ, ਤਾਂ ਤੁਸੀਂ ਇਹਨਾਂ ਨੂੰ ਮਾਰ ਕੇ ਤੇ ਕਿਸੇ ਤਰੀਕੇ ਨਾਲ ਭਜਾ ਦੇਣਾ। ਇਹ ਦੋਨੋਂ ਦੇਸ਼ਾਂ ਦੇ ਜਿਹੜੇ ਨੇ ਵਿਦੇਸ਼ ਮੰਤਰੀਆਂ ਦੀ ਵੀ ਆਪਸ 'ਚ ਗੱਲ ਹੋਈ ਹੈ, ਕਿ ਉਸ ਤੋਂ ਉਮੀਦ ਲੱਗਦਾ ਹੈ ਕਿ ਕੋਈ ਨਾ ਕੋਈ ਇੱਕ ਜਿਹੜੀ ਹੈ ਕਿ ਰਾਊਂਡ ਦੀ ਟੇਬਲ ਟਾਕ ਜਾਂ ਦੋਨੋਂ ਦੇਸ਼ਾਂ ਦੇ ਵਿੱਚ ਹੋ ਸਕਦੀ ਹੈ, ਜਾਂ ਇਸ ਦੇ ਵਿੱਚ ਕੋਈ ਨਾ ਕੁਛ ਹੱਲ ਨਿਕਲ ਸਕਦਾ। ਦੇਖੋ ਜੇ ਤੇ ਅਗਰ ਉਹਨਾਂ ਦਾ ਨੁਕਸਾਨ ਵੀ ਇਸ ਤੋਂ ਜ਼ਿਆਦਾ ਹੋਇਆ, ਜਿਵੇਂ ਕਿ ਕਲੇਮ ਕੀਤਾ ਜਾ ਰਿਹਾ ਕਿ 34 ਬੰਦੇ ਜਾਂ 40 ਬੰਦੇ ਕਰੀਬ ਜਾਂ 30 ਬੰਦੇ ਦੇ ਕਰੀਬ ਉਹਨਾਂ ਦੇ ਵੀ ਸੋਲਜਰਸ ਮਾਰੇ ਗਏ, ਜਿਹਦੇ 'ਚ ਇੱਕ ਮੇਜਰ, ਇੱਕ ਕੈਪਟਨ ਸ਼ਾਮਲ ਹੈ, ਔਰ ਸਾਡੇ ਵੀ ਕੈਜੁਅਲਟੀਜ਼ ਹੋਈ ਹੈ। ਇਹ ਡਿਪਲੋਮੈਟਿਕ ਸਿਚੁਏਸ਼ਨ ਦੇ ਉੱਤੇ ਜੇ ਤੇ ਹੱਲ ਹੋ ਸਕਦਾ ਹੈ, ਇਹ ਹੁਣ ਆਉਣ ਵਾਲਾ ਟਾਈਮ ਦੱਸੇਗਾ ਕਿ ਸਾਡੇ ਡਿਪਲੋਮੈਟਿਕ ਸਿਚੁਏਸ਼ਨ ਕਿਵੇਂ ਨੇ, ਕਿਵੇਂ ਰਿਲੇਸ਼ਨਸ਼ਿਪ, ਕਿਵੇਂ ਸਾਡੇ ਵਿਦੇਸ਼ ਮੰਤਰੀ ਇਸ ਨੂੰ ਹੈਂਡਲ ਕਰਦੇ ਨੇ, ਔਰ ਕਿਵੇਂ ਸਾਡੇ ਰੱਖਿਆ ਮੰਤਰੀ ਇਸ ਨੂੰ ਹੈਂਡਲ ਕਰਦੇ ਨੇ, ਔਰ ਕਿਵੇਂ ਸਾਡੇ ਪ੍ਰਾਈਮ ਮਿਨਿਸਟਰ ਇਸ ਨੂੰ ਹੈਂਡਲ ਕਰਦੇ ਨੇ। ਇਹ ਆਉਣ ਵਾਲਾ ਟਾਈਮ ਹੀ ਦੱਸੇਗਾ। ਕੱਲ੍ਹ ਪਰਸੋਂ ਤੱਕ ਮੇਰਾ ਖਿਆਲ ਬਿਲਕੁਲ ਕਲੀਅਰ ਪਤਾ ਲੱਗ ਜਾਏ। ਸੋ ਜਿਹੜਾ ਕਿ ਰਿਟਾਇਰਡ ਬ੍ਰਿਗੇਡੀਅਰ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਹੁਤ ਡੂੰਘਾਈ ਦੇ ਨਾਲ ਜਿਹੜਾ ਕਿ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਮੈਂ ਜਿਹੜਾ ਨਕਸ਼ਾ ਉਸ 'ਤੇ ਉੱਤੇ ਵੀ ਪ੍ਰੋਪਰ ਜਿਹੜਾ ਕਿ ਸਮਝਾਇਆ ਕਿ ਮੌਜੂਦਾ ਜਿਹੜੀ ਸਥਿਤੀ ਹੈ ਗਲਵਾਨ ਘਾਟੀ ਦੀ ਕੀ ਹੈ, ਔਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਜਿਹੜਾ ਹੈ ਕਿ ਰਾਜਨੀਤਿਕ ਫੈਸਲੇ ਕੀ ਹੁੰਦੇ ਔਰ ਵਿਦੇਸ਼ ਮੰਤਰਾਲੇ ਵੱਲੋਂ ਡਿਪਲੋਮੈਟਿਕ ਫੈਸਲੇ ਕੀ ਲਏ ਜਾਂਦੇ ਨੇ। ਹੁਣ ਆਉਣ ਵਾਲੀ ਸਥਿਤੀ ਜਿਹੜੀ ਹੈ ਉਸ ਦੇ ਉੱਤੇ ਹੀ ਨਿਰਭਰ ਕਰੇਗੀ। चिराग शर्मा, अजीत वेब टीवी, जलंधर।